ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਤੂੰ ਸੁਲਤਾਨ ਕਹਾਂ ਹੂੰ ਮੀਆਂ, तू सुल्तान कहाँ हूँ मियाँ, तेरी कवन वडाई, जो तू देह सो कहाँ स्वामी, जैसे सच में रहो रजाई। वाहिगुरु साहिब जी। इक ओंकार सतगुर प्रसाद, सोहेला राग गौड़ी, दीप की महला पहला, जै घर कीरत आखिए, करते का होए विचारो, तित घर गावो सोहेला, सिवर हो सिरजनहारो। तुम गावो मेरे निरभउ का सोहेला, हों बारी जित सोहलै, सदा सुख होए रहाओ। नित नित जियड़े संभालियन, देखेगा देवनहार, तेरे दाने कीमत ना पवै, तिस दाते कवन शुमार। संबत साहा लिखिया, मिल कर पावों तेल, देह सज्जन आसीसड़ियाँ, ज्यों होवै साहिब स्यों मेल। घर घर एहो पहुँचा, सदड़े नित पवन, सदन हारा सिमरिए, नानक से देह आवन। घर घर एहो पहुँचा, सदड़े नित पवन, सदन हारा सिमरिए, नानक से देह आवन। परम सत्कारयोग श्री गुरु ग्रंथ साहिब जी की पावन पवित्र हजूरी अंदर अमृत वेले दीवाना की हाज़री भर रहे सतगुरु जी की पावन गोद विच जुड़ बैठे सत्कारयोग बड़भागी सतसंगी जनों, आओ कुछ समा सतगुरु जी की पावन गुरबाणी विचार नाल सांझ पाईए। पावन विचारां दे नाल सांझ पाण तो पहलां अपनी रसना नूं करिए पवित्र। गज के आखो वाहिगुरु जी का खालसा, वाहिगुरु जी की फतेह। आप जी ने बड़े ही अदब सत्कार दे नाल श्री गुरु नानक साहिब जी की मुबारक रसना तो उच्चारण किया होया पावन शब्द, जिसका पाठ आप जी ने श्रवण किया है। ये पावन शब्द नितनेम दे विच दर्ज सोहेला साहिब की पावन बाणी दा पहला पावन शब्द है। अज तो सोहेला साहिब जी की पावन बाणी की लड़ीवार विचार प्रारंभ कर रहे हाँ। ये सोहेला साहिब की पावन बाणी श्री गुरु ग्रंथ साहिब जी के पावन अंक 12 उत्तों आरंभ होंदी है।
ਆਮ ਕਰਕੇ ਅਸੀਂ ਇਸ ਬਾਣੀ ਨੂੰ ਕੀਰਤਨ ਸੋਹਿਲਾ ਦਾ ਨਾਮ ਦਿੰਦੇ ਹਾਂ, ਪਰ ਅਸਲ ਵਿੱਚ ਇਸ ਪਾਵਨ ਬਾਣੀ ਦਾ ਸਹੀ ਨਾਮ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਸੋਹਿਲਾ ਹੈ। ਤੇ ਗੁਰੂ ਪਿਆਰ ਵਾਲਿਓ, ਇਸ ਸੋਹਿਲਾ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਕੁੱਲ 5 ਸ਼ਬਦ ਨੇ। ਪਹਿਲੇ 3 ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਨੇ ਤੇ ਅਗਲੇਰੇ 2 ਸ਼ਬਦ, ਇੱਕ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ, ਇੱਕ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ। ਸਤਿਗੁਰੂ ਜੀ ਨੇ ਇਸ ਪਾਵਨ ਬਾਣੀ ਅੰਦਰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਉਸ ਪਰਮੇਸ਼ਰ ਦੇ ਨਾਲ ਉਹਦੇ ਗੀਤ ਗਾਉਣ ਵਾਸਤੇ, ਉਹਦੀ ਸਿਫਤ ਸਲਾਹ ਕਰਨ ਵਾਸਤੇ ਸਾਨੂੰ ਪ੍ਰੇਰਿਤ ਕੀਤਾ ਹੈ। ਇਸ ਬਾਣੀ ਨੂੰ ਹਮੇਸ਼ਾ ਹੀ ਸਿੱਖ ਜਿਹੜਾ, ਜਿਵੇਂ ਅੰਮ੍ਰਿਤ ਵੇਲੇ ਸਿੱਖ ਨਿਤਨੇਮ ਦੀ ਬਾਣੀ ਨਾਲ ਜੁੜਦਾ ਹੈ, ਆਪਣੇ ਘਰ ਵਿੱਚ ਬੈਠ ਕੇ ਨਿਤਨੇਮ ਦਾ ਜਾਪ ਕਰਦਾ ਹੈ, ਸ਼ਾਮ ਨੂੰ ਸੋਦਰ ਰਹਿ ਰਾਸ ਦੀ ਪਾਵਨ ਬਾਣੀ ਨਾਲ ਜੁੜਦਾ ਹੈ, ਇਸੇ ਵੇਲੇ ਹੀ ਰਾਤ ਦੇ ਸਮੇਂ ਜਿਹੜਾ ਸਿੱਖ ਆ ਉਸ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਦਾ ਜਾਪ ਕਰਦਾ ਹੈ। ਸਿੱਖ ਭਾਵੇਂ ਕਿਸੇ ਵੀ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹੋਵੇ ਤੇ ਗੁਰੂ ਪਿਆਰ ਵਾਲਿਓ ਹਮੇਸ਼ਾ ਹੀ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਦਾ ਹੈ, ਹਮੇਸ਼ਾ ਹੀ ਗੁਰਬਾਣੀ ਨੂੰ ਗਾਉਂਦਾ ਹੈ, ਚੇਤਾ ਕਰਦਾ ਹੈ, ਸਿਮਰਦਾ ਹੈ। ਜਿਵੇਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸੋ ਦਰ ਰਹਿ ਰਾਸ ਸਾਹਿਬ ਜੀ ਦੇ ਜਿਹੜੇ 9 ਸ਼ਬਦ ਸਨ, ਉਹਨਾਂ ਦੀ ਮੁਕੰਮਲ ਜਿਹੜੀ ਵਿਚਾਰ ਕੀਤੀ ਹੈ। ਤੇ ਅੱਜ ਅਸੀਂ ਸੋਹਿਲਾ ਸਾਹਿਬ ਦੀ ਪਾਵਨ ਬਾਣੀ ਦਾ ਜਿਹੜਾ ਜਾਪ, ਪਾਵਨ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਕਰ ਰਹੇ ਹਾਂ। ਪਾਤਸ਼ਾਹ ਜੀ ਦਾ ਇਹ ਪਹਿਲਾ ਸ਼ਬਦ ਹੈ। ਮਾਲਕ ਜੀ ਬਚਨ ਕਰਦੇ ਨੇ, ਇੱਕ ਓੰਕਾਰ। ਕਹਿੰਦੇ ਪਰਮਾਤਮਾ ਇੱਕ ਹੈ, ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਹੈ, ਜਿਹੜਾ ਸਾਰਿਆਂ ਵਿੱਚ ਵਿਆਪਕ ਹੈ। ਉਹਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ? ਸਤਿਗੁਰ ਪ੍ਰਸਾਦ। ਪਾਤਸ਼ਾਹ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਸ ਮਨੁੱਖ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਕਿਰਪਾ ਉਸ ਉੱਤੇ ਹੁੰਦੀ ਆ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲਣ ਲਈ ਤਿਆਰ ਹੋਵੇ, ਗੁਰੂ ਦੀ ਮੱਤ ਲੈਣ ਲਈ ਤਿਆਰ ਹੋਵੇ। ਅੱਗੇ ਪਾਤਸ਼ਾਹ ਬਚਨ ਕਰਦੇ ਨੇ, ਸੋਹਿਲਾ। ਸੋਹਿਲਾ ਜਿਹੜਾ ਇਸ ਪਾਵਨ ਬਾਣੀ ਦਾ ਨਾਮ ਹੈ, ਸਿਰਲੇਖ ਹੈ। ਅਗਾਂਹ ਵੀ ਇਸ ਗੱਲ ਬਾਰੇ ਅਸੀਂ ਸੁਚੇਤ ਕੀਤਾ ਸੀ ਕਿ ਜਦੋਂ ਵੀ ਸਤਿਗੁਰ ਨੇ ਕੋਈ ਨਵੀਂ ਬਾਣੀ ਜਿਹੜੀ ਗੁਰਬਾਣੀ ਆਰੰਭ ਹੁੰਦੀ ਹੈ, ਕੋਈ ਵੀ ਨਵੀਂ ਬਾਣੀ ਆਰੰਭ ਹੁੰਦੀ ਹੈ, ਸਤਿਗੁਰੂ ਜੀ ਪਹਿਲਾਂ ਉੱਥੇ ਲਿਖ ਦਿੰਦੇ, ਭਾਈ ਇਹ ਆਨੰਦ ਸਾਹਿਬ ਦੀ ਬਾਣੀ ਹੈ, ਭਾਈ ਇਹ ਸੋਦਰ ਦੀ ਬਾਣੀ ਹੈ। ਉੱਥੇ ਸਤਿਗੁਰੂ ਜੀ ਜਿਹੜੇ ਸਾਨੂੰ ਪਹਿਲਾਂ ਸੁਚੇਤ ਕਰ ਦਿੰਦੇ, ਭਾਈ ਇਹ ਇਸ ਬਾਣੀ ਦਾ ਨਾਮ ਹੈ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਨੇ ਇੱਥੇ ਸੋਹਿਲਾ ਜਿਹੜਾ ਬਾਣੀ ਦਾ ਨਾਮ ਲਿਖਿਆ ਹੋਇਆ, ਪਾਤਸ਼ਾਹ ਜੀ ਬਚਨ ਕਰਦੇ ਨੇ, ਰਾਗ ਗੌੜੀ ਦੀਪਕੀ। ਰਾਗ ਗੌੜੀ ਤੇ ਦੀਪਕੀ। ਜਿਹੜਾ ਗੌੜੀ ਆ ਇਹ ਵੀ ਰਾਗ ਆ ਤੇ ਦੀਪਕੀ ਆ ਇਹ ਵੀ ਰਾਗ ਆ। ਇਹ ਕੀ ਆ? ਦੋਵੇਂ ਰਾਗਾਂ ਨੂੰ ਇਕੱਠੇ ਲਿਖਿਆ ਹੋਇਆ। ਇਹਦਾ ਭਾਵ ਮਿਸ਼ਰਤ ਰਾਗ। ਮਿਸ਼ਰਤ ਰਾਗ ਆ। ਇੱਥੇ ਜਿਹੜੇ ਮਿਸ਼ਰਤ ਰਾਗ ਵਿੱਚ ਇਹ ਜਿਹੜਾ ਪਾਵਨ ਸ਼ਬਦ ਲਿਖਿਆ ਗਿਆ। ਗੁਰਬਾਣੀ ਵਿੱਚ ਹੋਰ ਵੀ ਜਿਹੜੇ ਮਿਸ਼ਰਤ ਰਾਗ ਆਉਂਦੇ ਨੇ, ਆਸਾ, ਕਾਫੀ, ਸੋਹੀ, ਲਲਿਤ, ਇਸ ਤਰ੍ਹਾਂ ਹੋਰ ਵੀ ਜਿਹੜੇ ਮਿਸ਼ਰਤ ਰਾਗ ਆ ਗੁਰਬਾਣੀ ਵਿੱਚ ਆਉਂਦੇ ਨੇ। ਤੇ ਪਾਤਸ਼ਾਹ ਕਹਿੰਦੇ ਨੇ ਰਾਗ ਗੌੜੀ ਦੀਪਕੀ, ਇਹ 2 ਰਾਗ ਜਿਹੜੇ ਆ ਮਿਕਸ ਰਾਗ, ਭਾਵ ਮਿਸ਼ਰਤ ਰਾਗ। ਮਹੱਲਾ ਪਹਿਲਾ, ਇਹ ਪਹਿਲੇ ਸਰੀਰ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਪਾਤਸ਼ਾਹ ਜੀ ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਬਚਨ ਕਰਦੇ ਨੇ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਮਾਲਿਕ ਜੀ ਕਹਿੰਦੇ, ਹੇ ਮੇਰੀ ਇਹ ਜਿੰਦੇ, ਹੇ ਮੇਰੇ ਮਨ, ਤੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੋਹਿਲਾ ਗਾ, ਉਸ ਪਰਮੇਸ਼ਰ ਵਾਹਿਗੁਰੂ ਦਾ ਸੋਹਿਲਾ ਗਾ ਆਪਣੇ ਸਤ ਸੰਗੀਆਂ ਨਾਲ ਮਿਲ ਕੇ। ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ। ਤੁਮ ਗਾਵੋ, ਹੇ ਜਿੰਦੇ, ਤੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾ। ਕਿਹੜੇ? ਮੇਰੇ ਨਿਰਭਉ ਕਾ ਸੋਹਿਲਾ। ਸੋਹਿਲੇ ਦਾ ਅਰਥ ਕੀ ਹੁੰਦਾ ਆ? ਗੀਤ।
ਜਿਵੇਂ ਅਸੀਂ ਆਮ ਆਪਣੀ ਭਾਸ਼ਾ ਵਿੱਚ ਇੱਕ ਦੂਜੇ ਨੂੰ ਕਹਿ ਦਿੰਦੇ, ਭਾਈ ਤੂੰ ਕਿਹੜੇ ਬੰਦਿਆਂ ਦੇ ਸੋਹਲੇ ਗਾਈ ਜਾਂਦਾ ਆ, ਤੂੰ ਦੂਜਿਆਂ ਦੇ ਸੋਹਲੇ ਗਾਈ ਜਾਂਦਾ ਆ। ਭਾਵ ਸੋਹਲੇ ਦਾ ਅਰਥ ਕੀ ਆ? ਗੀਤ। ਇੱਥੇ ਕਿਹੜਾ ਗੀਤ ਆ? ਖੁਸ਼ੀ ਦਾ ਗੀਤ, ਆਤਮਿਕ ਆਨੰਦ ਦੇਣ ਵਾਲਾ ਗੀਤ। ਇੱਥੇ ਦੁਨੀਆ ਦੇ ਗੀਤਾਂ ਦੀ ਗੱਲ ਨਹੀਂ ਕੀਤੀ ਗਈ। ਸਤਿਗੁਰੂ ਜੀ ਕਹਿੰਦੇ ਤੂੰ ਜੇ ਗੀਤ ਗਾਉਣੇ ਆ, ਜੇ ਗੀਤ ਗਾਉਣੇ ਆ, ਜੀਵਨ ਦੇ ਅੰਦਰ ਸਿਫਤ ਸਲਾਹ ਕਰਨੀ ਆ, ਪਾਤਸ਼ਾਹ ਕਹਿੰਦੇ ਨੇ ਨਿਰਭਉ ਪਰਮਾਤਮਾ ਦੇ ਗੀਤ ਗਾ, ਅਕਾਲ ਪੁਰਖ ਵਾਹਿਗੁਰੂ ਦੇ ਗੀਤ ਗਾ, ਜਿਹੜਾ ਪਰਮਾਤਮਾ ਕਿਸੇ ਤੋਂ ਡਰਦਾ ਨਹੀਂ ਹੈ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੇ ਭਾਈ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸੋਹਿਲਾ ਗਾ, ਉਹਦੇ ਖੁਸ਼ੀ ਦੇ ਗੀਤ ਗਾ, ਜਿਹੜਾ ਪਰਮਾਤਮਾ ਨਿਰਭਉ ਹੈ, ਜਿਹਨੂੰ ਕਿਸੇ ਦਾ ਡਰ ਨਹੀਂ ਹੈ। ਤੇ ਜਿਨ੍ਹਾਂ ਨੇ ਜੀਵਨ ਦੇ ਅੰਦਰ ਨਿਰਭਉ ਪਰਮਾਤਮਾ ਦੇ ਗੀਤ ਗਾਏ ਨੇ, ਉਹਨਾਂ ਦਾ ਜੀਵਨ ਵੀ ਗੁਰੂ ਪਿਆਰ ਵਾਲਿਓ ਡਰ ਤੋਂ ਰਹਿਤ ਹੋ ਗਿਆ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨਿਰਭਉ ਅਕਾਲ ਪੁਰਖ ਵਾਹਿਗੁਰੂ ਨੂੰ ਧਿਆਇਆ, ਉਹਦੇ ਗੀਤ ਗਾਏ, ਸਿਫਤ ਸਲਾਹ ਕੀਤੀ, ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਜੀਵਨ ਵਿੱਚੋਂ ਸਾਰੇ ਡਰ ਖਤਮ ਹੋ ਗਏ। ਗੁਰੂ ਪਿਆਰ ਵਾਲਿਓ, ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ ਹੈ। ਤਾਂ ਹੀ ਉਹ ਤਾਂ ਅਕਾਲ ਪੁਰਖ ਵਾਹਿਗੁਰੂ ਨਿਰਵੈਰ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਜੇਕਰ ਸਾਡੇ ਜੀਵਨ ਅੰਦਰ ਡਰ ਹੈ, ਕਿਉਂਕਿ ਫਿਰ ਸਾਡਾ ਕਿਸੇ ਨਾਲ ਵੈਰ ਵੀ ਹੋਵੇਗਾ। ਹੁਣ ਡਰਦਾ ਮਨੁੱਖ ਕਿਹਦੇ ਕੋਲੋਂ? ਆਪਣੇ ਦੁਸ਼ਮਣ ਕੋਲੋਂ ਹੀ ਡਰਦਾ ਹੈ, ਹੋਰ ਕਿਸੇ ਤੋਂ ਤਾਂ ਡਰਦਾ ਨਹੀਂ। ਹੁਣ ਜੇਕਰ ਜੀਵਨ ਦੇ ਅੰਦਰ ਕਿਸੇ ਨਾਲ ਵੈਰ ਹੈ ਤੇ ਮਨੁੱਖ ਡਰੇਗਾ ਵੀ, ਤੇ ਜੇਕਰ ਕਿਸੇ ਨਾਲ ਵੈਰ ਨਹੀਂ ਹੈਗਾ ਤੇ ਮਨੁੱਖ ਫਿਰ ਡਰਦਾ ਵੀ ਨਹੀਂ। ਅਕਾਲ ਪੁਰਖ ਵਾਹਿਗੁਰੂ ਵੀ ਹੈ ਉਹ ਜਿਹੜਾ ਨਿਰਵੈਰ ਵੀ ਹੈ ਤੇ ਨਿਰਭਉ ਵੀ ਹੈ। ਤੇ ਮਾਲਕ ਜੀ ਸਾਨੂੰ ਇਹ ਉਪਦੇਸ਼ ਕਰਦੇ, ਕਹਿੰਦੇ ਤੂੰ ਸੰਸਾਰ ਦੇ ਦੁਨੀਆ ਦੇ ਸੋਹਿਲੇ ਨਾ ਗਾਈ ਜਾ, ਇਹਨਾਂ ਲੋਕਾਂ ਦੇ ਸੋਹਿਲੇ ਨਾ ਗਾ, ਦੁਨੀਆ ਦੇ ਸੋਹਿਲੇ ਨਾ ਗਾ। ਮਾਲਕ ਜੀ ਕਹਿੰਦੇ ਜੇਕਰ ਸੋਹਿਲਾ ਗਾਣਾ, ਜੇਕਰ ਤੂੰ ਖੁਸ਼ੀ ਦਾ ਗੀਤ ਗਾਉਣਾ ਆ, ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਗਾ, ਜਿਹੜਾ ਨਿਰਭਉ ਹੈ। ਤੇ ਗੁਰੂ ਪਿਆਰ ਵਾਲੇ ਪਾਤਸ਼ਾਹ ਜੀ ਕਹਿੰਦੇ ਨੇ ਲੋਕਾਂ ਨਾ ਸਾਲਾ ਜੋ ਮਰ ਵੰਜਸੀ। ਮਾਲਕ ਜੀ ਕਹਿੰਦੇ ਲੋਕਾਂ ਦੀ ਵਡਿਆਈ ਨਾ ਕਰੀ ਜਾ, ਕਹਿੰਦੇ ਇਹਨਾਂ ਨੇ ਤਾਂ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ, ਖਤਮ ਹੋ ਜਾਣਾ। ਦੁਨੀਆ ਨਾ ਸਾਲਾ ਜੋ ਮਰ ਖਾਕਤੀ, ਕਹਿੰਦੇ ਦੁਨੀਆ ਦੀ ਵਡਿਆਈ ਨਾ ਕਰੀ ਜਾ, ਦੁਨੀਆ ਦੀ ਚਾਪਲੂਸੀ, ਦੁਨੀਆ ਦੇ ਗੀਤ ਨਾ ਗਾਈ ਜਾ, ਇਹਨੇ ਤਾਂ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ, ਖਤਮ ਹੋ ਜਾਣਾ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਈਐ, ਸੱਚਾ ਬੇਪਰਵਾਹ। ਪਾਤਸ਼ਾਹ ਕਹਿੰਦੇ ਨੇ ਭਲਿਆ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹ, ਉਹਦੀ ਸਿਫਤ ਸਲਾਹ ਕਰ, ਜਿਹੜਾ ਸੱਚਾ ਹੈ, ਜਿਹੜਾ ਬੇਪਰਵਾਹ ਹੈ, ਜਿਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਨਹੀਂ ਤਾਂ ਮਨੁੱਖ ਅੱਜ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਗਾਉਣ ਦੀ ਬਜਾਏ ਸੰਸਾਰ ਦੇ ਦੁਨੀਆ ਦੇ ਗੀਤ ਗਾ ਰਿਹਾ, ਸਿਰਫ ਦੁਨੀਆ ਦੀ ਹੀ ਵਡਿਆਈਆਂ ਕਰੀ ਜਾ ਰਿਹਾ ਹੈ, ਆਪਣੀ ਵਡਿਆਈ ਕਰਾਈ ਜਾ ਰਿਹਾ। ਪਾਤਸ਼ਾਹ ਕਹਿੰਦੇ ਨੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਕਹਿੰਦੇ ਜੇ ਤੂੰ ਗਾਉਣਾ ਆ ਆਪਣੇ ਸੱਤ ਸੰਗੀਆਂ ਸਹੇਲੀਆਂ ਨਾਲ ਮਿਲ ਕੇ ਨਿਰਭਉ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ। ਹੁਣ ਇਹਦੇ ਨਾਲ ਜੀਵਨ ਵਿੱਚ ਕੀ ਹੋਵੇਗਾ? ਜਦੋਂ ਤੂੰ ਨਿਰਭਉ ਪਰਮਾਤਮਾ ਦੇ ਗੀਤ ਗਾਵੇਂਗਾ, ਜੀਵਨ 'ਚ ਕੀ ਹੋਵੇਗਾ? ਪਾਤਸ਼ਾਹ ਕਹਿੰਦੇ ਨੇ ਹਉ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ। ਪਾਤਸ਼ਾਹ ਕਹਿੰਦੇ ਨੇ ਮੈਂ ਸਦਕੇ ਹਾਂ, ਕਹਿੰਦੇ ਮੈਂ ਕੁਰਬਾਨ ਹਾਂ, ਹਉ ਵਾਰੀ ਮੈਂ ਬਲਿਹਾਰੇ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਜਿਤ ਸੋਹਿਲੇ, ਕਹਿੰਦੇ ਜਿਸ ਸਿਫਤ ਸਲਾਹ ਦੇ ਗੀਤ ਗਾਉਣ ਦੇ ਨਾਲ ਸਦਾ ਸੁਖ ਹੋਏ, ਕਹਿੰਦੇ ਮੇਰੇ ਜੀਵਨ ਅੰਦਰ ਸੁਖ ਪੈਦਾ ਹੁੰਦਾ ਹੈ। ਮੈਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਿਫਤ ਸਲਾਹ ਦੇ ਗੀਤ ਤੋਂ ਬਲਿਹਾਰੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਸੰਸਾਰ ਦੇ ਅੰਦਰ ਗੁਰੂ ਪਿਆਰ ਵਾਲਿਓ ਕੋਈ ਕੰਮ ਕਰੀਏ, ਉਹਦੇ ਉਸ ਕੰਮ ਦੇ ਪ੍ਰਤੀ ਸਾਡੇ ਮਨ ਵਿੱਚ ਇਹ ਹੁੰਦਾ ਕਿ ਸਾਨੂੰ ਇਹ ਤੋਂ ਸੁੱਖ ਮਿਲ ਜਾਵੇ। ਕੋਈ ਵੀ ਕੰਮ ਅਸੀਂ ਕਰਦੇ ਹਾਂ ਆਪਣੇ ਸੁੱਖ ਵਾਸਤੇ ਕਰਦੇ ਹਾਂ। ਹੁਣ ਜੇ ਤੋਂ ਸਾਨੂੰ ਸੁੱਖ ਹੀ ਪ੍ਰਾਪਤ ਨਾ ਹੋਵੇ ਤੇ ਫਿਰ ਉਹ ਕੰਮ ਕਰਨ ਦਾ ਵੀ ਕੋਈ ਫਾਇਦਾ ਨਹੀਂ। ਘਰ ਦੇ ਵਿੱਚ ਪਰਿਵਾਰ ਦੇ ਅੰਦਰ, ਘਰ ਦੇ ਅੰਦਰ ਬੱਚੇ ਆ, ਔਲਾਦ ਹੈ। ਹੁਣ ਘਰ ਦੇ ਵਿੱਚ ਔਲਾਦ ਕਿਉਂ ਆ? ਸਾਡੇ ਮਨ 'ਚ ਇਹ ਭਾਵਨਾ ਭਾਈ ਸਾਡੀ ਔਲਾਦ ਆ, ਸਾਨੂੰ ਸੁੱਖ ਦੇਵੇਗੀ। ਹੁਣ ਜੇਕਰ ਔਲਾਦ ਸੁੱਖ ਨਾ ਦੇਵੇ ਫਿਰ ਉਸ ਔਲਾਦ ਦਾ ਕੀ ਫਾਇਦਾ? ਉਹਨਾਂ ਬੱਚਿਆਂ ਦਾ ਕੀ ਫਾਇਦਾ ਆ? ਉਹਨਾਂ ਭਰਾਵਾਂ ਦਾ, ਉਹਨਾਂ ਭੈਣਾਂ ਭਰਾਵਾਂ ਦਾ, ਮਿੱਤਰਾਂ ਦੋਸਤਾਂ ਦਾ ਵੀ ਜੀਵਨ 'ਚ ਕੀ ਫਾਇਦਾ ਜਿਹੜੇ ਜੀਵਨ 'ਚ ਸਾਨੂੰ ਸੁੱਖ ਹੀ ਨਾ ਦੇ ਸਕਣ, ਸਾਡੀ ਮਦਦ ਹੈਲਪ ਹੀ ਨਾ ਕਰ ਸਕਣ, ਸਾਡੇ ਔਖੇ ਸਮੇਂ ਦੇ ਵਿੱਚ ਕੰਮ ਹੀ ਨਾ ਆ ਸਕਣ।
ਤੇ ਪਾਤਸ਼ਾਹ ਕਹਿੰਦੇ ਨੇ ਮੈਂ ਉਸ ਸਿਫਤ ਸਲਾਹ ਦੇ ਗੀਤ ਤੋਂ ਬਲਿਹਾਰੇ ਜਾਂਦਾ ਆ, ਉਸ ਸੋਹਿਲੇ ਤੋਂ ਬਲਿਹਾਰੇ ਜਾਂਦਾ ਆ। ਪਾਤਸ਼ਾਹ ਕਹਿੰਦੇ ਨੇ ਜਿਸ ਦੀ ਬਰਕਤ ਨਾਲ ਮੇਰੇ ਜੀਵਨ ਦੇ ਅੰਦਰ ਸੁੱਖ ਪੈਦਾ ਹੁੰਦਾ ਹੈ। ਇਹ ਦੁਨੀਆ ਦੇ ਗੀਤ ਜਿਨ੍ਹਾਂ ਵਿੱਚ ਵਿਕਾਰ ਆ, ਜਿਨ੍ਹਾਂ ਵਿੱਚ ਸਿਰਫ ਮੈਲ ਹੈ, ਇਹਨਾਂ ਦੁਨੀਆ ਦੇ ਗੀਤ ਗਾਉਣ ਦੇ ਨਾਲ ਤੇਰੇ ਜੀਵਨ 'ਚ ਸੁੱਖ ਨਹੀਂ ਪੈਦਾ ਹੋਵੇਗਾ। ਤੂੰ ਕੁਝ ਸਮੇਂ ਵਾਸਤੇ ਇਹ ਜਿਹੜੇ ਗੰਦੇ ਗੀਤ, ਜਿਹੜੇ ਵਿਕਾਰਾਂ ਵਾਲੇ, ਬੁਰਾਈ ਵਾਲੇ ਗੀਤ ਗਾ ਲਵੇਂਗਾ, ਪਰ ਤੇਰੇ ਜੀਵਨ ਅੰਦਰ ਤੈਨੂੰ ਇਹ ਆਨੰਦ, ਇਹ ਖੁਸ਼ੀ ਨਹੀਂ ਦੇ ਸਕਦੇ ਨੇ। ਤੇਰੇ ਪਰਿਵਾਰ ਦੇ ਅੰਦਰ ਦੁੱਖ ਹੀ ਆਉਣਗੇ। ਅੱਜ ਮਨੁੱਖ ਜਿਹੜਾ ਸਿਰਫ ਇਹਨਾਂ ਗੀਤਾਂ ਦੀ ਖਾਤਰ ਹੀ ਸਭ ਕੁਝ ਕਰ ਰਿਹਾ, ਗੀਤ ਗਾਈ ਜਾ ਰਿਹਾ, ਪਰ ਦੁਨੀਆ ਵਾਲੇ ਗੀਤ ਗਾ ਰਿਹਾ ਆ, ਲੱਚਰਤਾ ਵਾਲੇ ਗੀਤ ਗਾ ਰਿਹਾ, ਗਲਤ ਗੀਤ ਗਾ ਰਿਹਾ, ਜਿਹਦੇ ਕਰਕੇ ਖੁਸ਼ ਵੀ ਹੋ ਰਿਹਾ, ਪਰ ਕੁਝ ਸਮੇਂ ਬਾਅਦ ਫਿਰ ਜੀਵਨ 'ਚ ਦੁੱਖ ਆਉਂਦਾ, ਵਿਪਤਾ ਆਉਂਦੀ ਆ, ਫਿਰ ਗੁਰੂ ਦੀ ਸ਼ਰਨ ਵਿੱਚ ਆਉਂਦਾ ਆ, ਫਿਰ ਅਰਦਾਸ ਕਰਦਾ, ਬੇਨਤੀ ਕਰਦਾ ਕਿ ਮੇਰੇ 9 ਪੁੱਤ ਰਲ ਮਿਲ ਕੇ ਰਹਿਣ, 9 ਪੁੱਤ ਸਾਡਾ ਸਤਿਕਾਰ ਕਰਨ, ਸਾਡੀ ਆਗਿਆ ਵਿੱਚ ਰਹਿਣ, ਸਾਨੂੰ ਜਿਹੜਾ ਸਾਡੇ ਬਾਰੇ ਚੰਗਾ ਸੋਚਣ, ਸਾਡਾ ਭਲਾ ਕਰਨ। ਇਹ ਅਰਦਾਸਾਂ ਕਰਦੇ ਆ। ਤੇ ਗੁਰੂ ਪਿਆਰ ਵਾਲਿਓ, ਜੇਕਰ ਉਸ ਸਮੇਂ ਸੰਭਲ ਜਾਣੇ ਕਿ ਕਿਉਂਕਿ ਜਿਹੋ ਜਿਹਾ ਅਸੀਂ ਖਾਣਾ ਪਰੋਸਾਂਗੇ, ਜਿਹੋ ਜਿਹਾ ਪਰੋਸਾਂਗੇ ਉਹੋ ਜਿਹਾ ਅਸੀਂ ਖਾਵਾਂਗੇ, ਤੇ ਉਹੋ ਜਿਹਾ ਸਾਨੂੰ ਮਿਲ ਰਿਹਾ ਆ, ਉਹੋ ਜਿਹਾ ਸਾਡਾ ਜੀਵਨ ਬਣ ਜਾਣਾ ਆ। ਤੇ ਗੁਰੂ ਪਿਆਰ ਵਾਲਿਓ, ਫਿਰ ਅਰਦਾਸ ਬੇਨਤੀ ਕਰਨ ਦੀ ਲੋੜ ਨਹੀਂ ਰਹਿੰਦੀ। ਜਦੋਂ ਤੂੰ ਸ਼ੁਰੂ ਤੋਂ ਹੀ ਆਤਮਿਕ ਆਨੰਦ ਦੇਣ ਵਾਲੇ, ਖੁਸ਼ੀ ਦੇ ਗੀਤ, ਪ੍ਰਭੂ ਦੀ ਵਡਿਆਈ ਦੇ ਗੀਤ ਗਾਵੇਂਗਾ ਜੀਵਨ ਦੇ ਵਿੱਚ, ਫਿਰ ਤੇਰੇ ਬੱਚੇ ਤੇਰੀ ਰਿਸਪੈਕਟ ਵੀ ਕਰਨਗੇ, ਤੇਰੇ ਬੱਚੇ ਤੇਰੇ ਕੰਮ ਵੀ ਆਉਣਗੇ, ਤੇਰੇ ਬਾਰੇ ਸੋਚਣਗੇ ਵੀ, ਖਿਆਲ ਵੀ ਰੱਖਣਗੇ। ਪਰ ਜੇਕਰ ਤੂੰ ਹੋਂ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਏ, ਜੇਕਰ ਤੂੰ ਆਤਮਿਕ ਆਨੰਦ ਦੇਣ ਵਾਲਾ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਵੇਂਗਾ। ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਕਿਵੇਂ ਗਾਉਣੇ? ਉਹਦੇ ਗੁਣਾਂ ਨੂੰ ਜੀਵਨ 'ਚ ਵਸਾ ਕੇ, ਸੱਚ ਨਾਲ ਜੀਵਨ ਜੋੜ ਕੇ। ਤੇ ਪਾਤਸ਼ਾਹ ਜੀ ਬਚਨ ਕਰਦੇ ਨੇ, ਕਹਿੰਦੇ ਅਸਲ ਵਿੱਚ ਉਹਨਾਂ ਦੇ ਜੀਵਨ ਅੰਦਰ ਹੁਣ ਜਿੱਥੇ ਇਹ ਸੁਹਿਲਾ, ਜਿੱਥੇ ਇਹ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ, ਸੱਚੀ ਬਾਣੀ ਸੱਚੇ ਗੁਣ ਗਾਵੇ। ਕਹਿੰਦੇ ਜਿਹੜੇ ਮਨੁੱਖ ਆਪਣੇ ਹਿਰਦੇ ਵਿੱਚ ਸੱਚੀ ਬਾਣੀ ਦੀ ਸਿਫਤ ਸਲਾਹ ਰਾਹੀਂ ਸੱਚੇ ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਤਿਤ ਕਰ ਸੁਹਿਲਾ ਹੋਈ ਰਾਮ। ਪਾਤਸ਼ਾਹ ਕਹਿੰਦੇ ਨੇ ਉਹਨਾਂ ਦੇ ਹਿਰਦੇ ਘਰ ਵਿੱਚ ਸਦਾ ਹੀ ਆਨੰਦ ਬਣਿਆ ਰਹਿੰਦਾ ਆ, ਸਦਾ ਹੀ ਖੇੜਾ ਬਣਿਆ ਰਹਿੰਦਾ। ਜਿਹੜੇ ਮਾਲਕ ਦੇ ਸੁਹਿਲੇ, ਅਕਾਲ ਪੁਰਖ ਵਾਹਿਗੁਰੂ ਦਾ ਸੁਹਿਲਾ ਗਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਤਿੰਨ ਘਰ ਸਦ ਹੀ ਸੁਹਿਲਾ। ਕਹਿੰਦੇ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਹੀ ਸੁਹਿਲਾ ਆ, ਹਮੇਸ਼ਾ ਹੀ ਖੁਸ਼ੀ ਦਾ ਗੀਤ ਹੁੰਦਾ ਆ। ਹਰ ਕਰ ਕਿਰਪਾ ਘਰ ਆਏ। ਕਹਿੰਦੇ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਪ੍ਰਭੂ ਕਹਿੰਦੇ ਆ ਕੇ ਵਸ ਜਾਂਦਾ ਆ, ਉਹਨਾਂ ਦੇ ਜੀਵਨ ਅੰਦਰ ਸਦਾ ਹੀ ਖੁਸ਼ੀ ਦੇ ਗੀਤ ਉਹ ਗਾ ਰਿਹਾ, ਖੁਸ਼ੀ ਦੇ ਸੁਹਿਲੇ ਗਾ ਰਿਹਾ। ਤੇ ਸਤਿਗੁਰੂ ਨੇ ਸਾਨੂੰ ਜੀਵਨ ਅੰਦਰ ਸਦਾ ਹੀ ਖੁਸ਼ੀ ਦਿੱਤੀ, ਆਨੰਦ ਦਿੱਤਾ ਆ। ਤੇ ਮਾਲਕ ਜੀ ਬਚਨ ਕਰਦੇ ਨੇ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋਂ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ। ਪਾਤਸ਼ਾਹ ਕਹਿੰਦੇ ਨੇ ਜਿਸ ਸੁਹਿਲੇ ਦੇ ਗਾਣ ਦੇ ਨਾਲ ਜੀਵਨ 'ਚ ਸੁੱਖ ਆਉਂਦਾ ਆ, ਮਾਲਿਕ ਜੀ ਕਹਿੰਦੇ ਉਸ ਖੁਸ਼ੀ ਦੇ ਗੀਤ ਤੋਂ ਮੈਂ ਬਲਿਹਾਰੇ ਜਾਂਦਾ ਆ, ਕੁਰਬਾਨ ਜਾਂਦਾ ਆ। ਪਹਿਲੇ ਬੰਦ ਵਿੱਚ ਸਤਿਗੁਰੂ ਜੀ ਬਚਨ ਕਰਦੇ ਨੇ, ਜੈ ਘਰ ਕੀਰਤ ਆਖੀਏ। ਪਾਤਸ਼ਾਹ ਕਹਿੰਦੇ ਨੇ ਘਰ, ਇੱਥੇ ਘਰ ਕਿਹਨੂੰ ਕਿਹਾ ਗਿਆ? ਕਹਿੰਦੇ ਜਿਸ ਸਤ ਸੰਗਤ ਘਰ ਵਿੱਚ, ਜਿਸ ਸਤ ਸੰਗ ਘਰ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ। ਕੀਰਤ ਦਾ ਅਰਥ ਕੀ ਆ? ਕੀਰਤੀ ਕਰਨੀ, ਸਿਫਤ ਸਲਾਹ ਕਰਨੀ, ਖੁਸ਼ੀ ਦੇ ਗੀਤ ਗਾਣੇ। ਕਰਤੇ ਕਾ ਹੋਏ ਵਿਚਾਰੋ। ਕਹਿੰਦੇ ਜਿੱਥੇ ਕਰਤੇ ਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ ਆ, ਜਿਸ ਸਤ ਸੰਗ ਘਰ ਵਿੱਚ ਪਰਮੇਸ਼ਰ ਦੀ ਕੀਰਤੀ ਸਿਫਤ ਸਲਾਹ ਕੀਤੀ ਜਾਂਦੀ, ਕਰਤੇ ਦੇ ਗੁਣਾਂ ਦੀ ਵਿਚਾਰ ਕੀਤੀ ਜਾਂਦੀ, ਮਾਲਕ ਜੀ ਕਹਿੰਦੇ ਤਿਤ ਘਰ ਗਾਵੋ ਸੁਹਿਲਾ ਸਿਵਰਿਓ ਸਿਰਜਣਹਾਰ। ਪਾਤਸ਼ਾਹ ਕਹਿੰਦੇ ਨੇ ਹੇ ਜਿੰਦੇ, ਕਹਿੰਦੇ ਉਸ ਸਤ ਸੰਗ ਘਰ ਵਿੱਚ ਜਾ ਕੇ ਤੂੰ ਵੀ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ ਗਾ। ਕਹਿੰਦੇ ਪਰਮਾਤਮਾ ਦੇ ਨਾਲ ਮਿਲਾਪ ਦੇ ਗੀਤ ਗਾ। ਕਹਿੰਦੇ ਆਪਣੇ ਪੈਦਾ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਿਆ ਕਰ। ਉਸ ਸਤ ਸੰਗ ਘਰ ਵਿੱਚ ਜਾ ਕੇ ਉਹਦੀ ਖੁਸ਼ੀ ਦੇ ਗੀਤ ਗਾ, ਉਹਦੇ ਮਿਲਾਪ ਦੇ ਗੀਤ ਗਾ। ਗੁਰੂ ਪਿਆਰ ਵਾਲਿਓ, ਜਿਵੇਂ ਤੁਸੀਂ ਵੇਖੋ ਜਦੋਂ ਘਰ ਦੇ ਵਿੱਚ ਇੱਕ ਧੀ ਦਾ ਵਿਆਹ ਹੁੰਦਾ ਆ, ਜਿਸ ਘਰ ਵਿੱਚ ਧੀ ਦਾ ਵਿਆਹ ਹੁੰਦਾ ਆ, ਉਸ ਘਰ ਵਿੱਚ ਜਿਹੜੀਆਂ ਰਾਤ ਨੂੰ ਬਜ਼ੁਰਗ ਔਰਤਾਂ ਭੈਣਾਂ
ਰਲ ਮਿਲ ਕਰਕੇ ਗੀਤ ਗਾਉਂਦੀਆਂ ਨੇ, ਸੁਹਾਗ ਦਾ ਗੀਤ ਗਾਉਂਦੀਆਂ ਨੇ। ਉਸ ਸੁਹਾਗ ਦੇ ਗੀਤਾਂ ਦੇ ਵਿੱਚ ਖੁਸ਼ੀ ਦੇ ਗੀਤ ਵੀ ਹੁੰਦੇ, ਖੁਸ਼ੀ ਵੀ ਹੁੰਦੀ ਆ, ਚਾਅ ਵੀ ਹੁੰਦਾ ਆ, ਤੇ ਦੂਜੇ ਵਿਛੋੜੇ ਦੇ ਵੀ ਗੀਤ ਹੁੰਦੇ ਆ। ਭਾਵ ਕਿ ਰਲਮਾ ਜਿਹਾ ਕੰਮ ਹੁੰਦਾ, ਖੁਸ਼ੀ ਤੇ ਵੀ ਖੁਸ਼ੀ ਵੀ ਹੁੰਦੀ ਆ, ਚਾਅ ਵੀ ਹੁੰਦਾ, ਤੇ ਮਨ 'ਚ ਦੁੱਖ ਵੀ ਹੁੰਦਾ, ਕਿਉਂਕਿ ਧੀ ਨੇ ਘਰ ਨੂੰ ਛੱਡ ਕੇ ਜਾਣਾ, ਭੈਣ ਭਰਾਵਾਂ ਨੂੰ ਛੱਡ ਕੇ ਜਾਣਾ ਆ। ਤੇ ਉੱਥੇ ਜਿਹੜੇ ਗੀਤ ਨਾ ਉਸ ਪਤੀ ਦੀ ਤਾਂਘ ਵਾਸਤੇ, ਉਹਦੇ ਮਿਲਾਪ ਦੀ ਤਾਂਘ ਵਾਸਤੇ ਜਿਹੜੇ ਉਹ ਗੀਤ ਗਾਏ ਜਾਂਦੇ ਨੇ। ਇਸੇ ਤਰ੍ਹਾਂ ਮਾਲਕ ਜੀ ਕਹਿੰਦੇ ਸਤ ਸੰਗ ਜਿਹੜਾ ਇਹ ਘਰ ਆ, ਇੱਥੇ ਆ ਕੇ ਤੂੰ ਵੀ ਉਸ ਪ੍ਰਭੂ ਪਤੀ ਨੂੰ ਮਿਲਣ ਦੇ ਵਾਸਤੇ, ਮਿਲਾਪ ਦੇ ਵਾਸਤੇ ਇਹ ਖੁਸ਼ੀ ਦੇ ਗੀਤ ਗਾ, ਪ੍ਰਭੂ ਦੀ ਸਿਫਤ ਸਲਾਹ ਕਰ, ਉਹਦੀ ਵਡਿਆਈ ਕਰ। ਮਾਲਕ ਜੀ ਬਚਨ ਕਰਦੇ ਨੇ, ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨਹਾਰ। ਕਹਿੰਦੇ ਜਿੱਥੇ ਹਰ ਵੇਲੇ ਹਰ ਵਕਤ ਪਾਤਸ਼ਾਹ ਜੀ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦੀ ਹਜ਼ੂਰੀ ਵਿੱਚ, ਜਿੱਥੇ ਹਰ ਵੇਲੇ ਜੀਵਾਂ ਦੀ ਸੰਭਾਲ ਹੋ ਰਹੀ ਆ, ਜਿੱਥੇ ਹਰ ਵੇਲੇ ਜੀਵਾਂ ਦੀ ਸੰਭਾਲ ਕੀਤੀ ਜਾ ਰਹੀ ਆ, ਪਾਤਸ਼ਾਹ ਕਹਿੰਦੇ ਨੇ ਦੇਖੇਗਾ ਦੇਵਨਹਾਰ। ਮਾਲਕ ਜੀ ਕਹਿੰਦੇ ਨੇ ਉਹ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਾ ਸਭ ਨੂੰ ਵੇਖ ਰਿਹਾ ਆ, ਜੋ ਦਾਤਾਂ ਦੇਣ ਵਾਲਾ ਮਾਲਕ ਸਭ ਨੂੰ ਵੇਖ ਰਿਹਾ ਆ। ਕਹਿੰਦੇ ਆਪਣੇ ਮਨ ਵਿੱਚ ਭੁਲੇਖਾ ਨਾ ਰੱਖੀ, ਉਹ ਮਾਲਕ ਨੇ ਤੈਨੂੰ ਪੈਦਾ ਕੀਤਾ, ਤੇਰੀ ਸੰਭਾਲ ਵੀ ਕਰ ਰਿਹਾ ਤੇ ਤੈਨੂੰ ਵੇਖ ਵੀ ਰਿਹਾ ਆ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸ਼ੁਮਾਰ। ਕਹਿੰਦੇ ਜਿਸ ਦਤਾਰ ਦੀਆਂ ਦਾਤਾਂ ਦਾ ਕਹਿੰਦੇ ਮੁੱਲ, ਹੇ ਮਾਲਕ ਵਾਹਿਗੁਰੂ ਜੀ, ਜਿਸ ਦਤਾਰ ਦੀਆਂ ਦਾਤਾਂ ਦਾ ਮੁੱਲ ਇਸ ਜਿੰਦ ਪਾਸੋਂ ਨਹੀਂ ਪੈ ਸਕਦਾ। ਇਹ ਮਨੁੱਖ ਜਿਹੜਾ ਉਸ ਮਾਲਕ ਦੀਆਂ ਦਾਤਾਂ ਦਾ ਮੁੱਲ ਨਹੀਂ ਪਾ ਸਕਦਾ। ਤੇਰੇ ਦਾਨੇ ਕੀਮਤ ਨਾ ਪਵੇ। ਦਾਨੇ ਦਾ ਅਰਥ ਕੀ ਆ? ਦਾਨ ਦਾ ਮੁੱਲ, ਬਖਸ਼ਿਸ਼ਾਂ ਦਾ ਮੁੱਲ, ਜਿਹੜਾ ਮਾਲਕ ਦਾਨ ਕਰਦਾ, ਦਾਤਾਂ ਦਿੰਦਾ ਆ। ਹੇ ਜਿੰਦੇ ਤੇਰੇ ਕੋਲੋਂ ਉਸ ਮਾਲਕ ਦੀਆਂ ਦਾਤਾਂ ਦਾ ਮੁੱਲ ਨਹੀਂ ਪੈ ਸਕਦਾ, ਤੂੰ ਕੀਮਤ ਨਹੀਂ ਪਾ ਸਕਦੀ। ਤਿਸ ਦਾਤੇ ਕਵਣ ਸ਼ੁਮਾਰ। ਸ਼ੁਮਾਰ ਦਾ ਅਰਥ ਕੀ ਆ? ਅੰਤ, ਅੰਦਾਜ਼ਾ। ਮਾਲਕ ਜੀ ਕਹਿੰਦੇ ਫਿਰ ਉਸ ਦਤਾਰ ਪ੍ਰਭੂ ਦਾ ਤੂੰ ਅੰਤ ਕਿਵੇਂ ਪਾ ਲਵੇਂਗੀ? ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਕਿਵੇਂ ਪਾ ਲਵਾਂਗੇ ਅਸੀਂ, ਜੇਕਰ ਅਸੀਂ ਉਹਦੇ ਦਾਤਾਂ ਦਾ ਮੁੱਲ ਨਹੀਂ ਪਾ ਸਕਦੇ, ਉਹਦੀਆਂ ਦਾਤਾਂ ਬਾਰੇ ਕੁਝ ਨਹੀਂ ਜਾਣ ਸਕਦੇ। ਬਹੁਤਾ ਕਰਮ ਲਿਖਿਆ ਨਾ ਜਾਏ। ਕਹਿੰਦੇ ਦਾਤ ਬੜੀ ਵੱਡੀ, ਉਹਦੀ ਬਖਸ਼ਿਸ਼ ਬੜੀ ਵੱਡੀ ਆ, ਉਹਨੂੰ ਲਿਖਣ ਵਿੱਚ ਨਹੀਂ ਲਿਆਂਦਾ ਜਾ ਸਕਦਾ ਕਿ ਉਹਦੀ ਬਖਸ਼ਿਸ਼ ਇੰਨੀ ਆ ਜਾਂ ਇੰਨੀ ਆ, ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਈ। ਕਹਿੰਦੇ ਦਾਤਾ ਬਹੁਤ ਵੱਡਾ, ਉਹਨੂੰ ਲਾਲਚ ਨਹੀਂ ਹੈ। ਹੁਣ ਮਨੁੱਖ ਭਾਵੇਂ ਜਿੰਨਾ ਮਰਜ਼ੀ ਵੱਡਾ ਹੋ ਜਾਵੇ, ਪਰ ਜੀਵਨ 'ਚ ਹਰ ਵੇਲੇ ਫਿਰ ਵੀ ਲਾਲਚ ਆ, ਚਾਹੇ ਆਪਣੀ ਵਡਿਆਈ ਦਾ, ਚਾਹੇ ਆਪਣੀ ਸ਼ੋਹਰਤ ਦਾ, ਚਾਹੇ ਆਪਣੇ ਜਿਹੜਾ ਕਿ ਜੀਵਨ ਦੇ ਅੰਦਰ ਕੋਈ ਕੰਮ ਕਰ ਰਿਹਾ, ਜੀਵਨ 'ਚ ਲਾਲਚ ਰੱਖਦਾ ਆ। ਪਰ ਪਾਤਸ਼ਾਹ ਕਹਿੰਦੇ ਨੇ ਉਹ ਦਾਤਾ ਬਹੁਤ ਵੱਡਾ ਆ, ਦਾਤਾਂ ਦੇਣ ਵਾਲਾ, ਪਰ ਜੀਵਨ ਦੇ ਅੰਦਰ ਉਹਦੇ ਲਾਲਚ ਨਹੀਂ ਹੈ। ਤੇ ਮਾਲਕ ਜੀ ਕਹਿੰਦੇ ਨੇ, ਕਹਿੰਦੇ ਆਪਣੇ ਜੀਵਨ ਵਿੱਚ ਉਸ ਦਤਾਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰ, ਵਡਿਆਈ ਕਰ, ਜਿਹਦੇ ਨਾਲ ਤੇਰੇ ਜੀਵਨ 'ਚ ਸੁੱਖ ਹੋਵੇਗਾ। ਉਹਦੇ ਸੋਹਿਲੇ ਗਾ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਸੰਬਤ ਦਾ ਅਰਥ ਕੀ ਆ? ਸਾਲ, ਬਰਾ। ਸ਼ਾਹ ਦਾ ਅਰਥ ਹੈ, ਮਾਲਕ ਜੀ ਕਹਿੰਦੇ ਸਾਹਾ ਵਿਆਹੇ ਜਾਣ ਦਾ ਦਿਨ। ਹੁਣ ਸਾਹਾ ਹੁੰਦਾ ਹੈ ਜਿਹੜਾ ਜਿਸ ਦਿਨ ਵਿਆਹਿਆ ਜਾਣਾ, ਧੀ ਨੂੰ ਚਾਹੇ ਪੁੱਤ ਨੂੰ ਵਿਆਹਿਆ ਜਾਣਾ। ਲਿਖਿਆ ਮਿਲ ਕਰ ਪਾਵੋਂ ਤੇਲ। ਮਾਲਕ ਜੀ ਕਹਿੰਦੇ ਨੇ ਹੁਣ ਵੇਖੋ, ਵਿਆਹ ਤੋਂ ਕੁਝ ਦਿਨ ਪਹਿਲਾਂ ਕੀ ਹੁੰਦਾ ਆ ਕਿ ਜਿਹੜਾ ਕੁੜੀ ਨੂੰ ਮਾਈਆ ਪਾਇਆ ਜਾਂਦਾ ਆ, ਮਾਈਆ ਲਾਇਆ ਜਾਂਦਾ ਆ। ਚਾਚੀਆਂ, ਤਾਈਆਂ, ਸਹੇਲੀਆਂ, ਭੈਣ ਭਰਾ ਜਿਹੜੇ ਸਾਰੇ ਉਹਦੇ ਸਿਰ 'ਚ ਤੇਲ ਪਾਉਂਦੀਆਂ ਨੇ, ਤੇ ਨਾਲੇ ਫਿਰ ਅਸੀਸਾਂ ਦੇ ਗੀਤ ਵੀ ਗਾ ਰਹੀਆਂ ਨੇ। ਉਹ ਤੇ ਬਖਸ਼ਿਸ਼ਾਂ ਵੀ, ਭਾਵ ਕਿ ਅਸੀਸਾਂ ਦੇ ਗੀਤ ਵੀ ਗਾ ਰਹੀ, ਆਸ਼ੀਰਵਾਦ ਵੀ ਦੇ ਰਹੀਆਂ ਨੇ ਕਿ ਤੂੰ ਪਤੀ ਦੇ ਘਰ ਵਿੱਚ ਜਾ ਕੇ ਸੁਖੀ ਵਸੇ। ਗੁਰੂ ਪਿਆਰ ਵਾਲਿਓ, ਇਸੇ ਤਰ੍ਹਾਂ ਹੀ ਸਤ ਸੰਗਤ ਵਿੱਚ ਜਾ ਕੇ ਇਹ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਕਹਿੰਦੇ ਨੇ ਸਤ ਸੰਗਤ ਵਿੱਚ ਜਾ ਕੇ ਅਰਜ਼ੋਈ ਕਰ, ਬੇਨਤੀ ਕਰ, ਮਾਲਕ ਅੱਗੇ ਅਰਦਾਸ ਕਰ। ਕਹਿੰਦੇ ਉਹ ਸੰਮਤ, ਉਹ ਦਿਹਾੜਾ, ਜਿਹੜਾ ਸਾਲ ਨਾ, ਉਹ ਜਿਹੜਾ ਸਾਡੇ ਜੀਵਨ ਅੰਦਰ ਪਹਿਲਾਂ ਲਿਖਿਆ ਗਿਆ ਹੈ ਕਿ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣੇ ਨੇ, ਤੂੰ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਆ, ਉਹਦੇ ਖੁਸ਼ੀ ਦੇ ਗੀਤ ਗਾਉਣੇ ਨੇ, ਤੇ ਆਪਣੇ ਪ੍ਰਭੂ ਪਤੀ ਨੂੰ ਮਿਲਣ ਵਾਸਤੇ ਮਿਲਾਪ ਦੇ ਗੀਤ ਗਾਉਣੇ ਨੇ। ਮਿਲ ਕਰ ਪਾਵੋਂ ਤੇਲ। ਮਾਲਕ ਜੀ ਕਹਿੰਦੇ ਮਿਲ ਕੇ, ਤੇਲ ਦਾ ਭਾਵ ਕਿ ਅਰਦਾਸ ਬੇਨਤੀ ਕਰ, ਰਜੋਈਆਂ ਕਰ। ਜਿਵੇਂ ਮਿਲ ਕੇ ਧੀ ਨੂੰ, ਉਸ ਲੜਕੀ ਨੂੰ ਸਾਰੀਆਂ ਅਸੀਸਾਂ ਦਿੰਦੀਆਂ ਨੇ, ਅਰਦਾਸਾਂ ਕਰਦੀਆਂ ਕਿ ਤੂੰ ਪਤੀ ਦੇ ਘਰ ਵਿੱਚ ਜਾ ਕੇ ਸੁਖੀ ਵਸੇ, ਇਸੇ ਤਰ੍ਹਾਂ ਮਾਲਕ ਅੱਗੇ ਅਰਦਾਸ ਕਰ, ਮਾਲਕ ਜੀ ਮੇਰਾ ਜੀਵਨ ਵੀ ਤੇਰੇ ਘਰ ਵਿੱਚ ਸੁਖੀ ਵਸ ਜਾਵੇ।
हे मालिक जी मैं भी तुहाडी सिफत सलाह दे गीत गावां, तुहाडी वडियाई करां ते मेरा जीवन भी तुहाडे चरनां नाल जुड़ जावे। ਤੇ ਗੁਰੂ ਪਿਆਰ ਵਾਲਿਓ, ਪਰ ਸਾਡਾ ਜੀਵਨ ਰਸਾਂ ਕਸਾਂ ਵਿੱਚ ਫਸਿਆ ਹੋਣ ਕਰਕੇ ਸਾਨੂੰ ਉਹ ਦਿਨ ਚੇਤੇ ਨਹੀਂ ਰਹਿੰਦਾ, ਸਾਨੂੰ ਉਹ ਜਿਹੜਾ ਸਮਾਂ ਚੇਤੇ ਨਹੀਂ ਰਹਿੰਦਾ। ਸਾਨੂੰ ਆਪਣੇ ਜੀਵਨ ਅੰਦਰ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਜੀਵਨ ਅੰਦਰ ਗੁਣ ਹੈ, ਸਾਡੇ ਜੀਵਨ ਅੰਦਰ ਗੁਣ ਹੈ, ਸਾਡੇ ਜੀਵਨ ਅੰਦਰ ਖੇੜਾ ਹੈ, ਪਰ ਅਸੀਂ ਆਪਣੇ ਜੀਵਨ 'ਚ ਖੇੜੇ ਨੂੰ ਉਹਨਾਂ ਗੁਣਾਂ ਨੂੰ ਪ੍ਰਗਟ ਨਹੀਂ ਕਰਦੇ। ਮਾਲਿਕ ਜੀ ਕਹਿੰਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੈਲ। ਮਾਲਿਕ ਜੀ ਕਹਿੰਦੇ ਨੇ, ਕਹਿੰਦੇ ਫਿਰ ਉਹ ਜਿਹੜੀਆਂ ਇਸਤਰੀਆਂ ਨੇ, ਉਹ ਜਿਹੜੀਆਂ ਮਾਵਾਂ ਭੈਣਾਂ ਨੇ, ਕਹਿੰਦੇ ਆਪਣਾ ਆਸ਼ੀਰਵਾਦ ਦਿੰਦੀਆਂ ਨੇ ਕਿ ਤੂੰ ਤੇਰਾ ਜਿਹੜਾ ਮਿਲਾਪ ਆਪਣੇ ਪਤੀ ਨਾਲ ਹੋ ਜਾਵੇ, ਤੂੰ ਉਹਦੇ ਘਰ ਜਾਵੇਂ, ਸੁਖੀ ਰਵੇਂ। ਮਾਲਿਕ ਜੀ ਕਹਿੰਦੇ ਇਸੇ ਤਰ੍ਹਾਂ ਹੀ ਭਾਈ ਸਤ ਸੰਗੀਆਂ ਸਹੇਲੀਓ ਰਲ ਮਿਲ ਕੇ ਮੈਨੂੰ ਵੀ ਕਹਿੰਦੇ ਮਾਈਏ ਪਾਓ, ਭਾਵ ਕਿ ਮੈਨੂੰ ਵੀ ਆਸ਼ੀਰਵਾਦ ਦੇਵੋ, ਅਸੀਸੜੀਆਂ ਭਾਵ ਅਸੀਸਾਂ। हे ਅਕਾਲ ਪੁਰਖ ਵਾਹਿਗੁਰੂ ਜੀ ਮੈਨੂੰ ਵੀ ਅਸੀਸਾਂ ਦੇਵੋ, ਮੇਰੇ ਤੇ ਵੀ ਕਿਰਪਾ ਕਰੋ ਕਿ ਮੇਰਾ ਜਿਹੜਾ ਜਿਉਂ ਹੋਵੇ ਸਾਹਿਬ ਸਿਉ ਮੇਲ, ਕਿ ਮੇਰਾ ਜਿਹੜਾ ਮਿਲਾਪ ਆਪਣੇ ਪ੍ਰਭੂ ਪਤੀ ਨਾਲ ਹੋ ਜਾਵੇ, ਮੇਰਾ ਜੀਵਨ ਵੀ ਉਸ ਮਾਲਕ ਵਾਹਿਗੁਰੂ ਨਾਲ ਜੁੜ ਜਾਵੇ। ਮੈਨੂੰ ਸਤਿਗੁਰੂ ਜੀ हे ਅਕਾਲ ਪੁਰਖ ਵਾਹਿਗੁਰੂ ਇਹ ਅਸੀਸਾਂ ਦੇਵੋ, ਮੇਰੇ ਤੇ ਕਿਰਪਾ ਕਰੋ, ਰਹਿਮਤ ਕਰੋ, ਮੇਰਾ ਜੀਵਨ ਆਪਣੇ ਪ੍ਰਭੂ ਪਤੀ ਦੇ ਨਾਲ ਮਿਲ ਜਾਵੇ। ਤੇ ਮਿਲਣਾ ਉਦੋਂ ਆ ਜਦੋਂ ਅਸੀਂ ਖੁਸ਼ੀ ਦੇ ਗੀਤ ਗਾਵਾਂਗੇ, ਜਦੋਂ ਮਨ ਵਿੱਚ ਤਾਂਘ ਹੋਵੇਗੀ, ਖੁਸ਼ੀ ਦੇ ਗੀਤ ਗਾਵਾਂਗੇ, ਭਾਵ ਕਿ ਪ੍ਰਭੂ ਦੀ ਸਿਫਤ ਸਲਾਹ ਕਰਾਂਗੇ। ਗੁਰੂ ਪਿਆਰ ਵਾਲਿਓ, ਹੁਣ ਜੇਕਰ ਉਸ ਧੀ ਦੇ ਮਨ ਵਿੱਚ ਤਾਂਘ ਹੀ ਨਹੀਂ ਹੈ, ਉਹਦੇ ਮਨ ਵਿੱਚ ਚਾਹ ਹੀ ਨਹੀਂ ਹੈ, ਤੇ ਗੁਰੂ ਪਿਆਰ ਵਾਲੇ ਆਪਣੇ ਪਤੀ ਨੂੰ ਮਿਲ ਹੀ ਨਹੀਂ ਸਕਦੀ। ਪਾਤਸ਼ਾਹ ਕਹਿੰਦੇ ਨੇ ਜੀਵਨ 'ਚ ਤਾਂਘ ਹੋਵੇ, ਤੇਰੇ ਮਨ 'ਚ ਖੁਸ਼ੀ ਦੇ ਗੀਤ ਗਾ, ਪ੍ਰਭੂ ਦੀ ਸਿਫਤ ਸਲਾਹ ਕਰ, ਉਹਦੇ ਸੁਹਲੇ ਗਾ, ਫਿਰ ਤੇਰਾ ਜਿਹੜਾ ਮਿਲਾਪ ਉਸ ਅਕਾਲ ਪੁਰਖ ਨਾਲ ਵਾਹਿਗੁਰੂ ਨਾਲ ਹੋਵੇਗਾ। ਘਰ ਘਰ ਇਹੋ ਪਹੁੰਚਾ ਸੱਜੜੇ ਨਿਤ ਭਵਨ। ਕਹਿੰਦੇ ਜਦੋਂ ਸਾਰੀ ਤਿਆਰੀ ਹੋ ਜਾਂਦੀ, ਫਿਰ ਕਹਿੰਦੇ ਸੱਦੇ ਦਿੱਤੇ ਜਾਂਦੇ ਆ ਸਾਰੇ ਪਾਸੇ। ਨਾਈ ਜਿਹੜਾ ਆਮ ਪਿੰਡਾਂ ਵਿੱਚ ਸੱਦੇ, ਕੋਈ ਚੌਂਕੀਦਾਰ ਕਿਸੇ ਪਿੰਡ ਵਿੱਚ ਕੋਈ ਹੁੰਦਾ ਜਿਹੜਾ ਵਿਆਹ ਦੇ ਸੱਦੇ ਸਾਰਿਆਂ ਦੇ ਘਰੇ ਜਾਂਦਾ ਕਿ ਭਾਈ ਇਸ ਦਿਨ ਵਿਆਹ ਆ ਤੇ ਇਸ ਦਿਨ ਤੁਸੀਂ ਪਹੁੰਚਣਾ ਆ। ਇਸੇ ਤਰ੍ਹਾਂ ਮਾਲਿਕ ਜੀ ਕਹਿੰਦੇ ਨੇ ਘਰ ਘਰ ਇਹੋ ਪਹੁੰਚਾ ਸੱਜੜੇ ਨਿਤ ਪਵਨ। ਕਹਿੰਦੇ ਤੇਰੇ ਜੀਵਨ ਅੰਦਰ ਵੀ ਇਹ ਸੱਦੇ ਹਰ ਰੋਜ਼ ਆ ਰਿਹਾ ਪ੍ਰਭੂ ਪਤੀ ਨੂੰ ਮਿਲਣ ਵਾਸਤੇ। ਸਤਿਗੁਰੂ ਜੀ ਹਰ ਵੇਲੇ ਤੈਨੂੰ ਸੱਦੇ ਦੇ ਰਿਹਾ ਕਿ ਭਾਈ ਤੂੰ ਵੀ ਆ ਕੇ ਪ੍ਰਭੂ ਪਤੀ ਦੇ ਖੁਸ਼ੀ ਦੇ ਗੀਤ ਗਾ, ਉਹਦੀ ਸਿਫਤ ਸਲਾਹ ਕਰ, ਉਹਦੀ ਵਡਿਆਈ ਕਰ, ਉਹਦੀ ਕਿਰਤ ਕਰ, ਉਹਦੀ ਕੀਰਤੀ ਕਰ, ਉਹਦੀ ਸਿਫਤ ਸਲਾਹ ਕਰ। ਹਰ ਰੋਜ਼ ਸਾਨੂੰ ਸੱਦੇ ਪੈ ਰਹੇ, ਪਰ ਸਾਡਾ ਧਿਆਨ ਹੀ ਨਹੀਂ ਹੈ, ਸਾਡਾ ਧਿਆਨ ਹੋਰ ਹੀ ਸੰਸਾਰ ਦੇ ਕੰਮਾਂ ਵਿੱਚ ਵਿਕਾਰਾਂ ਵਿੱਚ ਉਲਝਿਆ ਪਿਆ ਆ। ਘਰ ਘਰ ਇਹੋ ਪਹੁੰਚਾ ਸੱਜੜੇ ਨਿਤ ਪਵਨ। ਹਰ ਵੇਲੇ ਸਾਡੇ ਜੀਵਨ ਅੰਦਰ ਸੱਦੇ ਆ ਰਹੇ ਨੇ, ਸੁਨੇਹੇ ਆ ਰਹੇ ਨੇ। ਸੱਜਣ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ। ਮਾਲਿਕ ਜੀ ਕਹਿੰਦੇ ਨੇ ਜਿਹੜਾ ਵੀ, ਮਾਲਿਕ ਜੀ ਕਹਿੰਦੇ ਨੇ ਜਿਹੜਾ ਵੀ ਸੱਜਣ ਹਾਰਾ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦਾ ਆ, ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨੂੰ ਸਿਮਰਨ ਕਰਕੇ ਜੀਵਨ 'ਚ ਖੁਸ਼ੀ ਆ, ਖੇੜਾ ਆ। ਤੇ ਗੁਰੂ ਪਿਆਰ ਵਾਲੇ ਜਿਹੜਾ ਸੱਦਾ ਭੇਜਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਹਮੇਸ਼ਾ ਹੀ ਸਾਨੂੰ ਯਾਦ ਰੱਖਣਾ ਚਾਹੀਦਾ, ਜਿਹੜਾ ਸਾਨੂੰ ਸੱਦਾ ਭੇਜ ਰਿਹਾ, ਜਿਹੜਾ ਹਰ ਵੇਲੇ ਸਾਨੂੰ ਉਪਦੇਸ਼ ਕਰ ਰਿਹਾ ਆ, ਸਾਨੂੰ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੋੜ ਰਿਹਾ, ਸਹੀ ਰਾਹ 'ਤੇ ਤੋਰਿਆ। ਮਾਲਿਕ ਜੀ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੀਵਨ 'ਚ ਚੇਤਾ ਕਰ। ਸੱਜਣ ਹਾਰਾ ਸਿਮਰੀਏ, ਉਹ ਸੱਜਣ ਵਾਲੇ ਪ੍ਰਭੂ ਨੂੰ ਸਿਮਰ, ਉਹਨੂੰ ਯਾਦ ਰੱਖ। ਨਾਨਕ ਸੇ ਦੇਹ ਅਵਨ। ਪਾਤਸ਼ਾਹ ਜੀ ਕਹਿੰਦੇ ਨੇ ਭਲਿਆ ਉਹ ਤੇਰੇ ਦਿਨ ਵੀ ਨੇੜੇ ਆ ਰਿਹਾ, ਜਿਸ ਦਿਨ ਤੂੰ ਆਪਣੇ ਪ੍ਰਭੂ ਪਤੀ ਨਾਲ ਮਿਲ ਜਾਵੇਂਗਾ, ਤੇਰੇ ਜੀਵਨ ਅੰਦਰ ਉਹਦੇ ਨਾਲ ਮਿਲਾਪ ਹੋ ਜਾਵੇਗਾ ਤੇ ਸੁਖੀ ਸੁਖੀ ਤੂੰ ਉਸ ਮਾਲਕ ਦੇ ਘਰ ਵਿੱਚ ਜਾ ਕੇ ਆਨੰਦ ਨਾਲ ਖੇੜੇ ਨਾਲ ਰਵੇਂਗਾ। ਸੋ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਮਾਲਿਕ ਜੀ ਨੇ ਵਿਚਾਰ ਬਖਸ਼ਿਸ਼ ਕੀਤੀ ਹੈ, ਇੱਕ ਧੀ ਦੀ ਜਿਹੜੀ ਇੱਕ ਵਿਆਹ ਦੀ ਜਿਹੜੀ ਉਦਾਹਰਨ ਲੈ ਕੇ ਸਤਿਗੁਰੂ ਨੇ ਸਾਨੂੰ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਮਿਲਣ ਵਾਸਤੇ ਉਪਦੇਸ਼ ਕੀਤਾ ਹੈ ਕਿ ਜਿਵੇਂ ਇੱਕ ਧੀ ਦੇ ਮਨ ਵਿੱਚ ਚਾਅ ਆ ਤਾਂਗਾ ਕਿ ਮੈਂ ਆਪਣੇ ਪਤੀ ਨੂੰ ਮਿਲਾਂ, ਹੋਰ ਸਾਰੇ ਸਾਕ ਸੰਬੰਧੀ ਭੈਣ ਭਰਾ ਉਹਨੂੰ ਆਸ਼ੀਰਵਾਦ ਦਿੰਦੇ ਨੇ, ਉਹਦੇ ਵਾਸਤੇ ਅਰਦਾਸਾਂ ਕਰਦੇ ਨੇ ਕਿ ਸੁਖੀ ਵਸੇ, ਖੁਸ਼ੀ ਵੀ ਆ, ਚਾਅ ਵੀ ਆ। ਇਸੇ ਤਰ੍ਹਾਂ ਮਾਲਿਕ ਜੀ ਨੇ ਸਾਨੂੰ ਵੀ ਉਪਦੇਸ਼ ਕੀਤਾ ਕਿ ਭਾਈ ਤੂੰ ਵੀ ਸੁਹਾਗ ਦੇ ਗੀਤ ਗਾ, ਭਾਵ ਕਿ ਖੁਸ਼ੀ ਦੇ ਗੀਤ ਗਾ ਪ੍ਰਭੂ ਪਤੀ ਨੂੰ ਮਿਲਣ ਵਾਸਤੇ। ਫਿਰ ਤੇਰਾ ਜੀਵਨ ਵਿੱਚ ਖੇੜਾ, ਤੇਰੇ ਜੀਵਨ ਵਿੱਚ ਖੁਸ਼ੀ ਤੇ ਆਨੰਦ ਆ ਜਾਵੇਗਾ। ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ, ਹੋਂ ਵਾਰੀ ਜਿਤ ਸੁਹਿਲੇ
ਸਦਾ ਸੁਖ ਹੋਏ। ਕਹਿੰਦੇ ਉਸ ਮਾਲਕ ਵਾਹਿਗੁਰੂ ਦੇ ਗੀਤ ਗਾ ਜਿਹੜਾ ਨਿਰਭਉ ਹੈ। ਪਾਤਸ਼ਾਹ ਕਹਿੰਦੇ ਨੇ ਫਿਰ ਤੇਰੇ ਜੀਵਨ ਦੇ ਨਾਲ ਜੀਵਨ ਦੇ ਅੰਦਰ ਸੁੱਖ ਆਵੇਗਾ, ਤੇਰੇ ਜੀਵਨ ਅੰਦਰ ਖੇੜਾ ਬਣੇਗਾ, ਤੇਰਾ ਜੀਵਨ ਸਦਾ ਵਾਸਤੇ ਸ਼ਾਂਤ ਹੋ ਜਾਵੇਗਾ। ਸੋ ਮਾਲਕ ਜੀ ਕਿਰਪਾ ਰਹਿਮਤ ਕਰਨ ਕਿ ਸਾਡਾ ਜੀਵਨ ਵੀ ਸੁਖੀ ਵਸ ਜਾਵੇ। ਸੁਖੀ ਉਦੋਂ ਹੀ ਵਸਣਾ ਆ ਜਦੋਂ ਅਸੀਂ ਸੱਚੇ ਨਾਮ ਦੇ ਨਾਲ ਜੀਵਨ ਅੰਦਰ ਆਪਣੇ ਫਰਜ਼ਾਂ ਨੂੰ, ਆਪਣੀ ਜ਼ਿੰਮੇਵਾਰੀਆਂ ਨੂੰ ਸਮਝ ਲਵਾਂਗੇ, ਸਾਂਭ ਲਵਾਂਗੇ। ਗੁਰੂ ਪਿਆਰ ਵਾਲਿਓ, ਇੱਕ ਧੀ ਆਪਣੇ ਸਹੁਰੇ ਘਰ ਵਿੱਚ ਜਾ ਕੇ ਉਦੋਂ ਸੁਖੀ ਵਸਦੀ ਜਦੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਹਿਲਾਂ ਆਪਣੇ ਪਰਿਵਾਰ 'ਚੋਂ ਜ਼ਿੰਮੇਵਾਰੀਆਂ ਪੂਰੀਆਂ ਨਿਭਾਉਂਦੀ ਆ ਤੇ ਨਵੀਆਂ ਜ਼ਿੰਮੇਵਾਰੀਆਂ ਪੈਂਦੀਆਂ ਨੇ। ਉਹਦੇ ਵਾਸਤੇ ਪਹਿਲਾਂ ਹੀ ਗੁਰੂ ਪਿਆਰ ਵਾਲਿਓ ਉਹਦੇ ਪੇਕੇ ਘਰ ਵਿੱਚ ਉਹਦੀ ਤਿਆਰੀ ਕਰਵਾਈ ਜਾਂਦੀ ਆ ਕਿ ਭਾਈ ਤੈਨੂੰ ਉੱਥੇ ਜਾ ਕੇ ਇਹ ਮੁਸ਼ਕਲਾਂ ਆ ਸਕਦੀਆਂ। ਉਹ ਸਾਰੇ ਕੰਮਕਾਰ ਕਰਨਾ ਸਿੱਖਦੀ ਆ, ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਸਮਝਦੀ ਆ। ਫਿਰ ਸਹੁਰੇ ਘਰ ਵਿੱਚ ਜਾ ਕੇ ਉਹਨਾਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੀ ਹੈ ਤੇ ਪਰਿਵਾਰ ਵੀ ਸੁਖੀ ਵਸਦਾ ਆ। ਪਰ ਜਿਹੜੀ ਉੱਥੇ ਜ਼ਿੰਮੇਵਾਰੀ ਨਹੀਂ ਨਿਭਾਵੇਗੀ, ਜਾ ਕੇ ਆਪਣਾ ਪੂਰਾ ਸਮਾਂ ਜਿਹੜਾ ਉਹ ਕੰਮਕਾਰ ਜੋ ਵੀ ਜੀਵਨ ਸੰਸਕਾਰ ਉਹਨਾਂ ਨੂੰ ਜੀਵਨ ਦੇ ਅੰਦਰ ਪੂਰਾ ਨਹੀਂ ਕਰੇਗੀ ਤੇ ਗੁਰੂ ਪਿਆਰ ਵਾਲੇ ਸੁਖੀ ਨਹੀਂ। ਇਸੇ ਤਰ੍ਹਾਂ ਹੀ ਸਤਿਗੁਰੂ ਦੇ ਦੁਆਰਾ ਸਾਡੇ ਜੀਵਨ ਅੰਦਰ ਉਹ ਜ਼ਿੰਮੇਵਾਰੀਆਂ ਦਾ ਸਾਨੂੰ ਅਹਿਸਾਸ ਹੁੰਦਾ ਆ, ਫਿਰ ਹੀ ਸਾਡਾ ਜੀਵਨ ਜਿਹੜਾ ਸਦਾ ਵਾਸਤੇ ਸੁਖੀ ਰਹਿੰਦਾ ਆ। ਮਾਲਿਕ ਦੀ ਕਿਰਪਾ ਰਹਿਮਤ ਕਰਨ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।